अभई अकाल की, कब चलायो पंथ, सब सिखन को हुक्म है, गुरु मानियो सिख विरसा। सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई नाहु ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 24 ਫੱਗਣ ਸੰਮਤ 552 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 7 ਮਾਰਚ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਨ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ।
नानक हमें कहे न कोई, कहत नानक हमें कहे न कोई, कहत नानक हमें कहे न कोई। आखल देखन सब साहिब ते होए, आखल देखन सब साहिब ते होए। तुम साथ ते आवो मुग्ध मना, 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 मुग्ध मना, मुग्ध साथ ते आवो मुग्ध मना, तुम साथ ते आवो मुग्ध मना, तुम साथ ते आओ, तुम साथ ते आओ, तुम साथ ते आवो मुग्ध मना। ता सुख पावो मेरे मना। हर हर नाम जपंतिया कछ न कहे जमकाल। नानक मन तन सुखी होए, अंते मिले गोपाल हर हर का का नाम त्याग के हो रे पाई, कर्म खंड पाइए हो सहाय। वंड दुख मोलिया अमृत फल पाई, मिल सब सुख उपजे लती सब छाई। नानक सिमरे एक नाम फिर बहुड़ न ताई, नानक सिमरे एक नाम फिर बहुड़ न ताई। बसंत की वार महल पंजवा, एक ओंकार सतगुर प्रसाद। हर का नाम त्याय कै हो हरिया पाई, कर्म लिखन ते पाइए एहो सुहाई। वण तृण त्रे पवण मौलिया अमृत फल पाई, मिल साधु सुख उपजै लथी सब शाई। नानक सिमरै एक नाम फिर बहुड़ न ताई। जीत ले ओए महाबिखादी सहज सुहेली बाणी। कहो नानक मन भया प्रगासा, पाया पद निर्बाणी। पंजे मते महाबली कर सचा टोआ, अपने जन पाए विचयो खड़ोआ। रोग सस मिट गए नित नित्य रो दिन रहन नाम ध्याइंदा फिर पाए नामो। जिस ते उपजिया नानका सोई फिर होवा, जिस ते उपजिया नानका सोई फिर होवा। पंजे बदे महाबली कर सच्चा टोआ, अपने चरण जपायन विच दइयो खड़ोआ। रोग सोग सब मिट गए नित नवा निरोआ। दिन रै नाम ध्याइंदा फिर पाए ना मोआ। जिस ते उपजया नानका सोई फिर होआ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਿੱਖਾ ਚੌ ਚੱਕਿਆ ਚੌਵਾਇਆ,
ਘਰ ਆਣ। ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਿੱਖਾ ਚੌ ਚੱਕਿਆ ਚੌਵਾਇਆ, ਇਹੋ ਮਨ ਇਕਤ ਘਰ ਆਣ। ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕੈ ਭਾਣੈ ਭੀ ਚੱਲਹਿ, ਤਾਂ ਦਰਗਹਿ ਪਾਵਹਿ ਮਾਣ। ਨਾਨਕ ਜੇ ਨਾਮ ਨ ਚੇਤਨੀ, ਤਿਨ ਧਿਗ ਪਹਿਨਣ ਧਿਗ ਖਾਣ। ਮਹੱਲਾ ਤੀਜਾ। ਹਰ ਗੁਣ ਟੋਟ ਨ ਆਵਈ, ਕੀਮਤ ਕਹਿਣ ਨ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹਿ ਰਹੈ ਸਮਾਏ। ਪੌੜੀ। ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਟ ਲੱਗਾ ਅਧਿਕਾਈ, ਬਹੁ ਬਹੁ ਬਿਧ ਭਾਂਤ ਕਰ। ਕੋਈ ਬੂਝੈ ਬੂਝਣ ਹਾਰਾ, ਅੰਤਰ ਵਿਵੇਕ ਕਰ। ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਾਰ। ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰਿ ਸਤ ਹਰਿ।
ਜਿਸ 부ਝਾਏ ਆਪ ਹਾਰ, ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਾਰ ਸਤ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਸਿਖਾ ਚਉ ਚੱਕਿਆ ਚਉ ਵਾਇਆ, ਇਹ ਮਨ ਇਕਤ ਘਰ ਆਣ, ਇਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਰਾਗ ਸੋਰਠ ਦੀ ਵਾਰ ਦੀ 11ਵੀਂ ਪੌੜੀ ਸ਼ਲੋਕਾਂ ਨਾਲ। ਹਾਂਜੀ, ਹੁਣੇ ਅਸੀਂ ਸਰਵਨ ਕਰ ਰਹੇ ਸੀ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਅੱਜ ਦਾ ਹੁਕਮਨਾਮਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦਾ ਸ਼ਲੋਕ ਹੈ, ਜਿਹੜਾ ਕਿ 646 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ੋਭਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਸ਼ਲੋਕ ਮਹੱਲਾ ਤੀਜਾ। ਹੇ ਚੁੱਕੇ ਚੁਕਾਏ ਸ਼ੇਖ, ਇਸ ਮਨ ਨੂੰ ਇੱਕ ਟਿਕਾਣੇ ਤੇ ਲਿਆ, ਵਿੰਗੀਆਂ ਟੇਢੀਆਂ ਗੱਲਾਂ ਛੱਡ ਕੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ, ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ, ਉਸ ਦੀ ਚਰਨੀ ਲੱਗ। ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਦੇ ਵਿੱਚ ਪ੍ਰਾਹੁਣਾ ਸਮਝ। ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ। ਹੇ ਨਾਨਕ, ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ ਚੰਗਾ ਖਾਣਾ ਤੇ ਚੰਗਾ ਪਹਿਨਣਾ ਫਿਟਕਾਰਯੋਗ ਹੈ। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ ਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ। ਪਰ ਹੇ ਨਾਨਕ, ਗੁਰਮੁਖ ਜੀਉੜੇ ਹਰੀ ਦੇ ਗੁਣ ਗਾਉਂਦੇ ਨੇ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਗੁਣਾਂ ਵਿੱਚ ਲੀਨ ਹੋਇਆ ਰਹਿੰਦਾ ਹੈ, ਉਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ, ਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ। ਇਸ ਭੇਦ ਨੂੰ ਮਨ ਦੇ ਵਿੱਚ ਵਿਚਾਰ ਕਰਕੇ ਕੋਈ ਬਿਰਲਾ ਸਮਝਣ ਵਾਲਾ ਹੀ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਸਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ ਸਿਮਰਿਆ ਜਾ ਸਕਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਨ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਡਾਕਟਰ ਗੁਰਨਾਮ ਸਿੰਘ ਜੀ ਨੇ ਰਾਗ ਗਾਉਣ ਦੇ ਵਿੱਚ। ਮੁਕੋ ਤਾਰ ਲੈ ਰਾਮਾ ਤਾਰ ਲੈ, ਮੁਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰ ਬਿਨਾ ਜਾਨੂ। ਮੈਂ ਅਜਾਨ ਜਨ ਤਰ ਬਿਨਾ ਜਾਨੂ, ਬਾਪ ਬੀਠਲਾ
ते सुर होए जात निमक में सतगुर बुध सिखलाई। नर ते उपज सुरग को जीत्यो सो अवकद में पाई, सो अवकद में पाई। मुको तार ले रामा तार ले, मुको तार ले रामा तार ले। मैं अजान जन तर बिना जानू, मैं अजान जन तर बिना जानू। बाप बीठला बारे मुको तार ले रामा तार ले, मुको तार ले। जहाँ जहाँ तू नारद टेके, जहाँ जहाँ तू नारद टेके, नेक टिकाओ मोए। नेक टिकाओ मोए। तेरे नाम अविलंब बहुत जन उधरे, तेरे नाम अविलंब बहुत जन उधरे। नाम की निज मत ए, नाम की निज मत ए। मुको तार ले रामा तार ले, मुको तार ले रामा तार ले। मैं अजान जन तर बिना जानू, मैं अजान जन तर बिना जानू। बाप बीठला बांधे मुको तार ले रामा तार ले, मुको तार ले रामा तार ले। मुको तार ले, मुको तार ले, मुको तार ले रामा तार ले। ਜੀ ਹਾਂ, ਇਹ ਸੀ ਸ਼ਬਦ ਜਿਸ ਨੂੰ ਗਾਇਨ ਕੀਤਾ ਸੀ ਡਾਕਟਰ ਗੁਰਨਾਮ ਸਿੰਘ ਜੀ ਨੇ ਰਾਗ ਗਾਉਣ ਦੇ ਵਿੱਚ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸਲੋਕ ਥਰਡ ਮਹਿਲ। ਓ ਸ਼ੇਖ, you wander in the four directions, blown by the four winds. Bring your mind back to the home of the one Lord. Renounce your petty arguments and realize the word of the Guru's Shabad. Bow in humble respect before the true Guru. He is the knower who knows everything. Burn away your hopes and desires and live like a guest in the world. If you walk in harmony with the true Guru's will, then you shall be honored in the court of the Lord. O Nanak, those who do not contemplate the name of the Lord, cursed are their clothes, and cursed is their food. Third Mahal. There is no end to Lord's glorious praises. His worth cannot be described. O Nanak, the Gurmukhs chant the glorious praises of the Lord. They are absorbed in his glorious virtues. Body. The Lord has adorned the coat of the body. He has embroidered it with devotional worship. The Lord has woven his silk into it.
in so many ways and fashions. How rare is that man of understanding who understands and deliberates within. He alone understands these deliberations, whom the Lord Himself inspires to understand. Poor servant Nanak speaks, the Gurmukh knows the Lord is true. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਜਿਹੜਾ ਕਿ ਰਾਗ ਬਸੰਤ ਹੰਡੋਲ ਦੇ ਵਿੱਚ ਹੈ ਤੇ ਆਓ ਇਹ ਸ਼ਬਦ ਰਾਮ ਨਾਮ ਰਤਨ ਇਹ ਸ਼ਬਦ ਅਸੀਂ ਸਰਵਣ ਕਰਦੇ ਹਾਂ ਥੋੜਾ ਜਿਹਾ ਲੰਬੇਰਾ ਹੈ ਤੇ ਆਓ ਆਨੰਦ ਮਾਣਦੇ ਹਾਂ ਇਸ ਸ਼ਬਦ ਦਾ ਰਾਮ ਨਾਮ ਰਾਮ ਨਾਮ ਅਮਰਦਨ ਹੋੜੀ ਰਾਮ ਨਾਮ ਰਾਮ ਨਾਮ ਅਮਰਦਨ ਹੋੜੀ ਰਾਮ ਰਾਮ ਨਾਮ ਰਾਮ ਨਾਮ ਅਮਰਦਨ ਕੋੜੀ ਰਾਮ ਨਾਮ ਰਾਮ ਨਾਮ ਅਮਰਦਨ ਕੋੜੀ ਕਰਮ ਲੋਕਾਲੀ ਰਾਮ ਨਾਮ ਰਾਮ ਨਾਮ ਅਮਰਦਨ ਹੋੜੀ ਰਾਮ ਨਾਮ ਰਾਮ ਨਾਮ ਅਮਰਦਨ ਹੋੜੀ ਰਾਮ ਰਾਮ ਨਾਮ ਰਤਨ ਕੋਠੜੀ ਰਾਮ ਨਾਮ ਰਾਮ ਨਾਮ ਰਾਮ ਰਾਮ ਨਾਮ ਰਾਮ ਰਾਮ ਨਾਮ ਰਾਮ ਨਾਮ ਰਾਮ ਨਾਮ ਅਮਰਦਨ ਕੋੜੀ ਰਾਮ ਨਾਮ ਰਤਨ ਕੋਠੜੀ ਕੜ ਮੰਦਰ ਏਕ ਲੁਕਾਨੀ ਕੜ ਮੰਦਰ ਏਕ ਲੁਕਾਨੀ ਰਾਮ ਨਾਮ ਰਾਮ ਨਾਮ ਅਮਰਦਨ ਕੋੜੀ ਰਾਮ ਨਾਮ ਰਾਮ ਨਾਮ ਅਮਰਦਨ ਕੋੜੀ ਕਰਮ ਲੋਕਾਲੀ
ਸਤਿਗੁਰ ਮਿਲੈ ਤਾਂ ਖੋਜੀਐ ਸਤਿਗੁਰ ਮਿਲੈ ਤਾਂ ਸਤਿਗੁਰ ਮਿਲੈ ਤਾਂ ਖੋਜੀਐ ਮਿਲੇ ਜੋਲੀ ਜੋਤ ਸਵਾਰੀ ਰਾਮ 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 ਰਤਨ ਗੋੜਰੀ ਰਾਮ 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 ਰਤਨ ਗੋੜਰੀ ਕਾੜੂ ਰਾਮ 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 ਰਤਨ ਕੋੜੜੀ ਰਾਮ 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 ਰਤਨ ਕੋੜੜੀ ਮਾਰੋ ਸਾਧੂ ਜਨ ਦੇਵੋ ਮਿਲਾਏ ਮਾਰੋ ਸਾਧੂ ਜਨ ਮਾਰੋ ਸਾਧੂ ਜਨ ਦੇਵੋ ਮਿਲਾਏ ਦੇਖ ਦਰਸ ਆਪ ਸਾਮ ਨਾਜ਼ੇ ਦੇਖ ਦਰਸ ਦੇਖ ਦਰਸ ਆਪ ਸਾਮ ਨਾਜ਼ੇ ਪਵਿੱਤਰ ਬਰਮ ਰਾਮ 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 ਰਤਨ ਗੋੜੜੀ ਰਾਮ 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 ਰਤਨ ਗੋੜੜੀ ਕਾੜੂ
ਧਨ ਸਾਬ ਦਰਾਜ ਉਬਰਿਆ ਰਾਮ ਨਾਮ ਰਾਮ ਨਾਮ ਰਤਨ ਗੋਰੀ ਰਾਮ ਨਾਮ ਰਾਮ ਨਾਮ ਰਤਨ ਗੋਰੀ ਗਣ ਪਾਖੰਡ ਭਰਮ ਉਪਾਵ ਕਰ ਥਾਕੇ ਪਾਖੰਡ ਭਰਮ ਪਾਖੰਡ ਭਰਮ ਉਪਾਵ ਕਰ ਥਾਕੇ ਹਿਰਦੇ ਅੰਤਰ ਮਾਇਆ ਸਾਧੂ ਪੁਰਖ ਪਤ ਪਾਇਆ ਸਾਧੂ ਪੁਰਖ ਸਾਧੂ ਪੁਰਖ ਪਤ ਪਾਇਆ ਅਗਿਆਨ ਅਨੇਰ ਗਵਾਇਆ ਰਾਮ ਨਾਮ ਰਾਮ ਨਾਮ ਰਾਮ ਰਤਨ ਕੋੜੀ ਰਾਮ ਨਾਮ ਰਾਮ ਨਾਮ ਰਾਮ ਰਤਨ ਕੋੜੀ ਰਾਮ ਜਗਨਾਥ ਜਗਦੀਸ਼ ਗੋਸਾਈ ਜਗਨਾਥ ਜਗਦੀਸ਼ ਜਗਨਾਥ ਜਗਦੀਸ਼ ਗੋਸਾਈ ਕਰ ਕਿਰਪਾ ਸਾਧ ਲੀਲਾ ਨਾਨਕ ਪ੍ਰਸਾਦ ਹੋਵੇ ਮਨ ਅੰਦਰ ਨਾਨਕ ਪ੍ਰਸਾਦ
ਰਤਨ ਕੋਠ ਹਾਂਜੀ, ਇਹ ਸਨ ਭਾਈ ਅਵਤਾਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1178 ਅੰਗ ਤੇ ਸੁਸ਼ੋਭਿਤ ਹੈ। ਤੇ ਆਓ ਇਸ ਦੇ ਸ਼ਬਦ ਅਰਥ ਜਿਹੜੇ ਆ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਰਾਗ ਬਸੰਤ ਹਡੋਲ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਦੂਸਰੇ ਘਰ ਦੇ ਵਿੱਚ ਗਾਉਣ ਦਾ ਹੁਕਮ ਹੈ ਇਸ ਸ਼ਬਦ ਨੂੰ। ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਵਨ ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦੀ ਗ੍ਰੇਸ ਆਫ ਦੀ ਟਰੂ ਗੁਰੂ। ਸ਼ਬਦ ਸ਼ੁਰੂ ਹੁੰਦਾ ਹੈ, ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ। ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖਜ਼ਾਨਾ ਹੈ। ਇਹ ਖਜ਼ਾਨਾ ਸਰੀਰ ਕਿਲੇ ਦੇ ਵਿੱਚ, ਸਰੀਰ ਮੰਦਰ ਦੇ ਵਿੱਚ ਗੁਪਤ ਪਿਆ ਰਹਿੰਦਾ ਹੈ। The Lord's name is a jewel hidden in a chamber of the palace of the body fortress. ਸਤਿਗੁਰ ਮਿਲੈ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ। ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ ਤਦੋਂ ਉਸ ਖਜ਼ਾਨੇ ਦੀ ਭਾਲ ਕੀਤੀ ਜਾ ਸਕਦੀ ਹੈ। ਗੁਰੂ ਨੂੰ ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ। When one meets the true Guru, then he searches and finds it, and his light merges with the divine light. ਮਾਧੋ ਸਾਧੂ ਜਨ ਦੇਹੋ ਮਿਲਾਏ, ਹੇ ਮਾਇਆ ਦੇ ਖਸਮ ਪ੍ਰਭੂ ਮੈਨੂੰ ਦਾਸ ਨੂੰ ਗੁਰੂ ਮਿਲਾ ਦੇ। O Lord, lead me to meet the holy person, the Guru. ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ ਰਹਾਓ। ਗੁਰੂ ਦੇ ਦਰਸ਼ਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਨੇ। ਜਿਹੜਾ ਮਨੁੱਖ ਗੁਰੂ ਦਾ ਦਰਸ਼ਨ ਕਰਦਾ ਹੈ ਉਹ ਪਵਿੱਤਰ ਤੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗਲੇਜ਼ਿੰਗ ਅਪੌਨ gazing upon the blessed vision of his darshan, all my sins are erased and I obtain the supreme sublime sanctified status. Pause. ਪੰਚ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਧਨ ਹਿਰਿਆ। ਮਨੁੱਖ ਦੇ ਸਰੀਰ ਨਗਰ ਦੇ ਵਿੱਚ ਕਾਮਾਦਿਕ ਪੰਜ ਚੋਰ ਮਿਲ ਕੇ ਸੰਨ ਲਾਈ ਰੱਖਦੇ ਨੇ ਤੇ ਮਨੁੱਖ ਦੇ ਅੰਦਰੋਂ ਪਰਮਾਤਮਾ ਦਾ ਨਾਮ ਧਨ ਚੁਰਾ ਲੈਂਦੇ ਨੇ। The five thieves joined together and plundered the body village, stealing the wealth of the Lord's name. ਗੁਰਮਤਿ ਖੋਜ ਪਰੇ ਤਬ ਪਕਰੇ, ਧਨ ਸਾਬਤ ਰਾਸ ਉਬਰਿਆ। ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭ ਲੈਂਦਾ ਹੈ ਤਦੋਂ ਇਹ ਚੋਰ ਫੜੇ ਜਾਂਦੇ ਨੇ ਤੇ ਉਸ ਮਨੁੱਖ ਦਾ ਨਾਮ ਧਨ, ਨਾਮ ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ। But through the Guru's teachings they are traced and caught, and this wealth is recovered intact. ਪਾਖੰਡ ਭਰਮ ਅਪਾਵ ਕਰ ਥਾਕੇ, ਹਿਰਦ ਅੰਤਰ ਮਾਇਆ। ਧਰਮ ਦੇ ਵਿਖਾਵੇ ਵਾਲੇ ਤੇ ਵਹਿਮਾਂ ਭਰਮਾਂ ਵਾਲੇ ਹੀਲੇ ਕਰਕੇ ਮਨੁੱਖ ਥੱਕ ਜਾਂਦੇ ਨੇ। ਉਹਨਾਂ ਦੇ ਹਿਰਦੇ ਵਿੱਚ ਸਦਾ ਮਾਇਆ ਦੀ ਤ੍ਰਿਸ਼ਨਾ ਟਿਕੀ ਰਹਿੰਦੀ ਹੈ। Practicing hypocrisy and superstition, people have grown weary of the effort, but still deep within their hearts they yearn for Maya. ਸਾਧੂ ਪੁਰਖ ਪਤ ਪਾਇਆ, ਅਗਿਆਨ ਅੰਧੇਰ ਗਵਾਇਆ। ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਆਪਣੇ ਅੰਦਰੋਂ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ। By the grace of the holy person, I have met with the Lord, the primal being, and the darkness of ignorance is dispelled.
ਜਗਨਨਾਥ ਜਗਦੀਸ਼ ਗੁਸਾਈ, ਕਰ ਕਿਰਪਾ ਸਾਧ ਮਿਲਾਵੇ। ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰਕੇ ਜਿਸ ਮਨੁੱਖ ਨੂੰ ਗੁਰੂ ਮਿਲਾਉਂਦਾ ਹੈ। The Lord of the earth, the Lord of the universe, in his mercy leads me to meet the holy person, the Guru. ਨਾਨਕ ਸ਼ਾਂਤ ਹੋਵੇ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੇ। ਹੇ ਨਾਨਕ, ਉਸ ਮਨੁੱਖ ਦੇ ਮਨ ਵਿੱਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ। ਉਹ ਮਨੁੱਖ ਆਪਣੇ ਹਿਰਦੇ ਦੇ ਵਿੱਚ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਉਹ ਨਾਨਕ, peace then comes to abide deep within my mind, and I constantly sing the glorious praises of the Lord within my heart. So ਇਹ ਸੀ ਸ਼ਬਦ ਅਰਥ, ਜਿਹੜੇ ਇਸ ਸ਼ਬਦ ਦੇ ਜਿਹੜਾ ਅਸੀਂ ਸਰਵਨ ਕੀਤਾ ਸੀ ਭਾਈ ਅਵਤਾਰ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਤੇ ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਅੰਤਰ ਤੇਰੇ ਬਾਹਰ ਵਸਤ ਨਾ ਪਾਲ। ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਜੋ ਭਾਵੈ ਸੋ ਪੁੰਜ ਤੂੰ, ਗੁਰਮੁਖ ਨਦਰ ਨਿਹਾਲ। ਜੋ ਭਾਵੈ ਸੋ ਪੁੰਜ ਤੂੰ, ਗੁਰਮੁਖ ਨਦਰ ਨਿਹਾਲ। ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ। ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਮਨ ਮੇਰਿਆ, ਗੁਰਮੁਖ ਨਦਰ ਨਿਹਾਲ। ਮਨ ਮੇਰੇ ਅੰਤਰ ਹਰ ਨਾਮ ਸਖਾਈ। ਗੁਰਮੁਖ ਨਦਰ ਨਿਹਾਲ। ਮਨ ਮੇਰੇ ਅੰਤਰ ਹਰ ਨਾਮ ਸਖਾਈ। ਮਨ ਮੁਖ ਅੰਦਲੇ ਗਿਆਨ ਵਿਹੂਣੇ, ਦੂਜੇ ਪਾਏ ਖੁਆਈ। ਮਨ ਮੁਖ ਅੰਦਲੇ ਗਿਆਨ ਵਿਹੂਣੇ, ਦੂਜੇ ਪਾਏ ਖੁਆਈ। ਮਨ ਮੇਰਿਆ, ਮਨ ਮੇਰਿਆ,
पावै को छूट नाही, सब बादी जम काल। बिन नावै को छूट नाही, सब बादी जम काल। नानक अंतर तेरे निदान है, तू बाहर वस्तु न पाल। नानक अंतर तेरे निदान है, तू बाहर वस्तु न पाल। मन मेरे आ, मन मेरे आ, मन मेरे आ, मन मेरे आ। अंतर तेरे निदान है, बाहर वस्तु न पाल। अंतर तेरे निदान है, बाहर वस्तु न पाल। मन मेरे आ, मन मेरे आ, मन मेरे आ, मन मेरे आ। जो भावै सो पुंज तू, गुरमुख नदर निहार। जो भावै सो पुंज तू, गुरमुख नदर निहार। मन मेरे आ, मन मेरे आ, मन मेरे आ, मन मेरे आ। अंतर तेरे निदान है, बाहर वस्तु न पाल। अंतर तेरे निदान है, बाहर वस्तु न पाल। अंतर तेरे निदान है, बाहर वस्तु न पाल। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਆਪ ਜੀ ਸੁਣ ਰਹੇ ਹੋ 97.3 FM ਤੇ ਸਿੱਖ ਵਿਰਸਾ ਪ੍ਰੋਗਰਾਮ ਕੋਹਿਨੂਰ ਰੇਡੀਓ ਤੋਂ, ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਪਿਛਲੇ 2 ਪ੍ਰੋਗਰਾਮਾਂ ਤੋਂ ਪਹਿਲਾਂ ਅਸੀਂ ਇੱਕ ਲੜੀ ਸ਼ੁਰੂ ਕੀਤੀ ਸੀ, ਜਿਹਦੇ ਵਿੱਚ ਅਸੀਂ ਡਾਕਟਰ ਸਰੂਪ ਸਿੰਘ ਜੀ ਅਲੱਗ ਉਹਨਾਂ ਦੇ ਲਿਖੇ ਹੋਏ ਸ਼ਬਦ ਆਪ ਦੇ ਨਾਲ ਸਾਂਝੇ ਕਰਦੇ ਆ ਰਹੇ ਸਾਂ। ਇਸ ਕਿਤਾਬ ਦਾ ਉਹਨਾਂ ਨੇ ਜਿਹੜਾ ਸ਼ੀਰਸ਼ਕ ਦਿੱਤਾ ਹੈ, ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਵ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਨੂੰ ਕੀ ਸਿੱਖਿਆ ਦਿੱਤੀ ਗਈ ਹੈ। ਵੱਖਰੇ ਵੱਖਰੇ ਹੈਡਿੰਗ ਬਣਾ ਕੇ ਉਹਨਾਂ ਨੇ ਗੁਰਬਾਣੀ ਦੀਆਂ ਸਾਨੂੰ ਤੁਕਾਂ ਸਾਡੇ ਸਨਮੁਖ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਸਾਨੂੰ ਕੀ ਸੰਦੇਸ਼ ਦਿੰਦੀ ਹੈ। ਇਸੇ ਨੂੰ ਹੀ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਤੋਰਾਂਗੇ, ਤੇ ਅਗਲਾ ਜਿਹੜਾ ਉਹਨਾਂ ਨੇ ਵਿਸ਼ਾ ਜਿਹਦੇ ਉੱਤੇ ਲਿਖਿਆ ਹੈ ਉਹ ਹੈ ਸੱਚ, ਭਾਵ ਕਿ ਟਰੁੱਥ। ਸੱਚ ਨੂੰ ਹਰ ਧਰਮ ਦੇ ਵਿੱਚ ਪ੍ਰਧਾਨਤਾ ਪ੍ਰਾਪਤ ਹੈ, ਕਿਉਂਕਿ ਪਰਮਾਤਮਾ ਦੀ ਉੱਚੀ ਸੁੱਚੀ ਹਸਤੀ ਦਾ ਗੁਣ ਹੈ। ਉਸ ਪਰਮਾਤਮਾ ਦਾ ਜੋ ਆਦਿ ਵਿੱਚ ਵੀ ਸੱਚ ਹੈ ਤੇ ਜੁਗਾਦ ਵਿੱਚ ਵੀ ਸੱਚ ਹੈ, ਹੁਣ ਵੀ ਸੱਚਾ ਹੈ ਤੇ ਹਮੇਸ਼ਾ ਲਈ ਵੀ ਸੱਚਾ ਹੀ ਰਹੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੱਚ ਦੀ ਹੀ ਮਹਿਮਾ ਕੀਤੀ ਗਈ ਹੈ ਕਿ ਸੱਚ ਹਮੇਸ਼ਾ ਨਵਾਂ ਨਰੋਆ ਰਹਿੰਦਾ ਹੈ, ਪੁਰਾਣਾ ਨਹੀਂ ਹੁੰਦਾ। ਇਸ ਨੂੰ ਯਾਦ ਰੱਖਣ ਦੀ ਲੋੜ ਨਹੀਂ, ਇਹ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ। ਸੱਚ ਤੇ ਆਧਾਰਿਤ ਜੀਵਨ ਬੜਾ ਸਰਲ ਪਰ ਕਠਿਨ ਹੁੰਦਾ ਹੈ, ਕਿਉਂਕਿ ਸੱਚ ਕੌੜਾ ਹੁੰਦਾ ਹੈ। ਇਸ ਗੱਲ ਵਿੱਚ ਵੀ ਅਤਕਥਨੀ ਨਹੀਂ ਕਿ ਜਿੰਨਾ ਮਰਜ਼ੀ ਝੂਠ ਬੋਲ ਲਵੋ,
ਅਖੀਰ ਜਿੱਤ ਸੱਚ ਦੀ ਹੀ ਹੋਣੀ ਹੈ। ਸਤਿਗੁਰੂ ਜੀ ਦੀ ਬਾਣੀ ਅੰਗ 553 ਤੇ ਫਰਮਾਉਂਦੀ ਹੈ, ਆਵਣ ਜਾਣ ਨ ਸੁਝਈ ਭੀੜੀ ਗਲੀ ਫਹੀ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਜੇਕਰ ਮਨੁੱਖ ਸੱਚ ਦੇ ਆਧਾਰ ਤੇ ਜੀਵਨ ਬਤੀਤ ਕਰਨ ਲੱਗ ਪਵੇ ਤਾਂ ਉਸ ਦਾ ਤਣਾਅ ਮੁਕਤ ਤੇ ਸਦਾਚਾਰ ਭਰਿਆ ਸੁਚੱਜਾ ਜੀਵਨ ਬਤੀਤ ਕਰ ਸਕਦਾ ਹੈ। ਇਵੇਂ ਉਸ ਦੀ ਸੱਚੇ ਪ੍ਰਮਾਤਮਾ ਦੇ ਨਾਲ ਪ੍ਰੀਤ ਪੈ ਸਕਦੀ ਹੈ ਤੇ ਜਿਹੜਾ ਸੱਚਾ ਮਨੁੱਖ ਸਚਿਆਰੇ ਪ੍ਰਭੂ ਦੀ ਸੰਗਤ ਕਰਦਾ ਹੈ, ਉਸ ਨੂੰ ਸਿਮਰਦਾ ਹੈ, ਉਹ ਉਸ ਵਿੱਚ ਅਭੇਦ ਹੋ ਜਾਂਦਾ ਹੈ ਤੇ ਜਿਹੜਾ ਇਸ ਪਵਿੱਤਰ ਕਰਮ ਤੋਂ ਵਾਂਝਿਆ ਰਹਿ ਜਾਂਦਾ ਹੈ, ਉਹ ਮੂਰਖਾਂ ਵਾਂਗ ਭਟਕਦਾ ਫਿਰਦਾ ਹੈ ਤੇ ਮੰਜ਼ਿਲ ਕਦੇ ਉਸ ਦੇ ਨੇੜੇ ਨਹੀਂ ਆਉਂਦੀ। ਤੇ ਭਾਈ ਸਾਹਿਬ ਸਾਨੂੰ ਅੱਗੇ ਇਹ ਪੰਕਤੀਆਂ ਗੁਰਬਾਣੀ ਦੇ ਵਿੱਚੋਂ, ਜੋ ਕਿ ਅੰਗ 311 ਤੇ ਸ਼ੋਭਤ ਨੇ, ਸਨਮੁਖ ਕਰਦੇ ਨੇ। ਸੱਚ ਸੱਚਾ ਜਿਨੀ ਅਰਾਧਿਆ, ਸੇ ਜਾਏ ਰਲੇ ਸੱਚ ਨਾਲੇ, ਸੱਚ ਸੱਚਾ ਜਿਨੀ ਨਾ ਸੇਵਿਆ, ਸੇ ਮਨਮੁਖ ਮੂੜ ਬੇਤਾਲੇ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ, ਭਾਈ ਨਿਰਮਲ ਸਿੰਘ ਜੀ ਖਾਲਸਾ ਦਾ ਗਾਇਨ ਕੀਤਾ ਹੋਇਆ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਪੇ ਸੱਚ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਪੇ ਸੱਚ। ਇਕ ਓੰਕਾਰ ਸਤਨਾਮ, ਇਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਪੇ ਸੱਚ। ਆਦ ਸੱਚ ਜੁਗਾਦ ਸੱਚ ਹੈ ਬੇ ਸੱਚ, ਨਾਨਕ ਹੋਸੀ ਪੇ ਸੱਚ। ਸੋਚੈ ਸੋਚ ਨਾ ਹੋਵਈ, ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਜੇ ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋਵਈ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ, ਜੇ ਲਾਏ ਰਹਾ ਲਿਵਤਾਰ। ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਆਦ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਪੇ ਸੱਚ। ਭੁੱਖਿਆਂ ਭੁੱਖ ਨਾ ਉਤਰੀ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ, ਜੇ ਬੰਨਾ
ਲੱਖ ਹੋਏ ਸੈਸ ਸਿਆਣਪ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤਾਂ ਇੱਕ ਨਾ ਚੱਲੇ ਨਾਲ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਵ ਸਚਿਆਰ ਹੋਈ ਐ ਕਿਵ ਸਚਿਆਰ ਹੋਈ ਐ ਕਿਵ ਕੂੜੈ ਤੁਤੈ ਪਾਲ ਕਿਵ ਕੂੜੈ ਤੁਤੈ ਪਾਲ ਹੁਕਮ ਰਜਾਈ ਚੱਲਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਓੰਕਾਰ ਸਤਨਾਮ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਅਗਰ ਕੋਈ ਸੱਚ ਹੈ ਤੇ ਸੱਚ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਕਿ ਅੱਜ ਸੱਚ ਹੈ ਕੱਲ ਨੂੰ ਝੂਠ ਹੋ ਜਾਵੇ। ਸੱਚ ਹਮੇਸ਼ਾ ਹੀ ਸੱਚ ਰਹਿੰਦਾ ਹੈ ਤੇ ਪਰਮਾਤਮਾ ਦੇ ਲਈ ਵਾਹਿਗੁਰੂ ਦੇ ਲਈ ਵੀ ਇਹ ਸ਼ਬਦ ਜਿਹੜਾ ਹੈ ਵਰਤਿਆ ਗਿਆ ਹੈ ਕਿਉਂਕਿ ਉਹ ਹੀ ਹੈ ਇੱਕ ਜੋ ਸਦਾ ਤੋਂ ਹੈ, ਸਦਾ ਲਈ ਰਹੇਗਾ ਤੇ ਹੁਣ ਵੀ ਹੈ
ਤੇ ਫਿਰ ਵੀ ਰਹੇਗਾ, ਤੇ ਪਿਛਲੇ ਸਮੇਂ ਵਿੱਚ ਵੀ ਸੀ। ਤੇ ਇਸ ਤੋਂ ਅਗਲਾ ਹੈ ਸਤ ਸੰਗਤ, ਹੋਲੀ ਕੰਗਰੀਗੇਸ਼ਨ। ਸਤ ਸੰਗਤ ਉਹ ਸਭਾ ਹੈ ਜਿੱਥੇ ਪ੍ਰਭੂ ਜਨ ਇਕੱਠੇ ਹੋ ਕੇ ਪ੍ਰਭੂ ਕੀਰਤੀ ਗਾਉਂਦੇ ਹਨ, ਆਪਣੇ ਇਸ਼ਟ ਦੀ ਸਿਫਤੋ ਸਲਾਹ ਕਰਦੇ ਨੇ, ਦੁਨਿਆਵੀ ਲਾਲਚਾਂ, ਤ੍ਰਿਸ਼ਨਾਵਾਂ ਤੇ ਕਾਮਨਾਵਾਂ ਤੋਂ ਉੱਚੇ ਉੱਠ ਕੇ ਪ੍ਰਭੂ ਚਰਨਾਂ ਦੇ ਵਿੱਚ ਚਿੱਤ ਜੋੜ ਕੇ ਉਸ ਦੀ ਉਸਤਤੀ ਦਾ ਆਨੰਦ ਮਾਣਦੇ ਨੇ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਬਖਾਣੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 72। ਸਤ ਸੰਗਤ ਦੇ ਵਿੱਚ ਨਾਮ ਦੀ ਮਹਿਮਾ ਦਾ ਵਿਖਿਆਨ ਤੇ ਗਾਇਨ ਕਰਨ ਤੋਂ ਇਲਾਵਾ ਹੋਰ ਕੋਈ ਵਿਸ਼ਾ ਨਹੀਂ ਹੁੰਦਾ, ਨਾ ਹੀ ਕੋਈ ਮਕਸਦ ਹੁੰਦਾ ਹੈ। ਇਹ ਸੰਗਤ ਚੰਗੀ ਕਿਸਮਤ ਤੋਂ ਬਿਨਾਂ ਨਸੀਬ ਨਹੀਂ ਹੁੰਦੀ। ਜਿਹੜਾ ਇਸ ਬੜਮੁੱਲੀ ਸੰਗਤ ਦਾ ਆਨੰਦ ਨਹੀਂ ਮਾਣਦਾ, ਉਸ ਅੰਦਰ ਹਰ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਦੀ ਮੈਲ ਭਰਦੀ ਰਹਿੰਦੀ ਹੈ, ਤੇ ਇਵੇਂ ਉਹ ਜ਼ਿੰਦਗੀ ਦੇ ਆਸ਼ੇ ਤੋਂ ਭਟਕਿਆ ਰਹਿੰਦਾ ਹੈ। ਇਸੇ ਲਈ ਗੁਰਬਾਣੀ ਦੇ ਵਿੱਚ ਫਰਮਾਨ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਬਾਣੀ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪ੍ਰਸੰਗ ਮਿਲਦੇ ਨੇ, ਜਿਨ੍ਹਾਂ ਦੇ ਗੁਣਾਂ ਦਾ ਜ਼ਿਕਰ ਬੜੇ ਸਪਸ਼ਟ ਰੂਪ ਦੇ ਵਿੱਚ ਕੀਤਾ ਗਿਆ ਹੈ। ਸਤ ਸੰਗਤ ਹਉਮੈ ਹੰਕਾਰ ਨੂੰ ਤੋੜ ਕੇ ਮਨ ਨਿਰਮਲ ਕਰਦੀ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਸਪਸ਼ਟ ਕਰਦੀ ਹੈ, ਸਰਲ ਕਰਦੀ ਹੈ। ਸਤਿਗੁਰੂ ਜੀ ਦੀ ਬਾਣੀ ਅੰਗ 255 ਤੇ ਫਰਮਾਉਂਦੀ ਹੈ, ਸਾਧ ਸੰਗ ਜੈ ਹਉਮੈ ਮਾਰੀ, ਨਾਨਕ ਤਾਕੋ ਮਿਲੇ ਮੁਰਾਰੀ। ਸਤ ਸੰਗਤ ਦੇ ਵਿੱਚ ਵਿਚਰਦਿਆਂ ਐਸਾ ਆਨੰਦ ਪ੍ਰਾਪਤ ਹੁੰਦਾ ਹੈ ਕਿ ਮਨੁੱਖ ਗੁਰਮੁਖਾਂ ਵਾਲੇ ਗੁਣ ਧਾਰਨ ਕਰਕੇ ਪਾਰ ਬ੍ਰਹਮ ਦੀ ਹਸਤੀ ਦੀ ਪਛਾਣ ਕਰਨ ਲੱਗਦਾ ਹੈ। ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ। ਅੰਗ 984। ਸਤ ਸੰਗਤ ਦੇ ਵਿੱਚ ਇਕੱਤਰ ਹੋ ਕੇ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਪਾਰ ਉਤਾਰਾ ਹੋ ਜਾਂਦਾ ਹੈ ਤੇ ਸਤ ਸੰਗੀ ਦਾ ਆਵਾਗਮਨ ਦਾ ਚੱਕਰ ਕੱਟਿਆ ਜਾਂਦਾ ਹੈ। ਗੁਰਬਾਣੀ ਅੰਗ 606 ਤੇ ਫਰਮਾਉਂਦੀ ਹੈ, ਸਤ ਸੰਗਤ ਮਿਲ ਧਿਆਏ ਤੂੰ, ਹਰ ਹਰ ਬਹੁੜ ਨ ਆਵਣ ਜਾਣ। ਸਤ ਸੰਗਤ ਕਰਨ ਦੇ ਹੋਰ ਬੇਅੰਤ ਲਾਭਾਂ ਦੇ ਨਾਲ ਨਾਲ ਇਹ ਵੀ ਲਾਭ ਹੁੰਦੇ ਨੇ ਕਿ ਬੁੱਧੀ ਦੇ ਵਿੱਚ ਵਿਵੇਕ ਆ ਜਾਂਦਾ ਹੈ, ਪ੍ਰਗਾਸ ਦਾ ਵਾਸਾ ਹੋ ਜਾਂਦਾ ਹੈ, ਮਮਤਾ ਦੇ ਜਾਲ ਤੋਂ ਛੁਟਕਾਰਾ ਮਿਲਦਾ ਹੈ। ਸਤ ਸੰਗਤ ਮਿਲ ਮਤ ਬੁੱਧ ਪਾਈ, ਹਉ ਛੂਟੇ ਮਮਤਾ ਜਾਲ। ਅੰਗ 1335। ਸਤ ਸੰਗਤ ਕਰਨ ਦੇ ਨਾਲ ਮਨ ਵਿੱਚ ਦ੍ਰਿੜਤਾ ਆਉਂਦੀ ਹੈ, ਉਸ ਨੂੰ ਟਿਕਾਓ ਮਿਲਦਾ ਹੈ ਤੇ ਉਸ ਦੀ ਫਿਜ਼ੂਲ ਦੀ ਭਟਕਣਾ ਮੁੱਕਦੀ ਹੈ। ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲ ਤੋ ਭਇਓ ਅਰੂੜਾ। ਤੇ ਇਵੇਂ ਹਰੀ ਰੂਪੀ ਧਨ ਖੱਟਣ ਦੀ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਸਤ ਸੰਗਤੀ ਸੰਗ ਹਰ ਧਨ ਖੱਟੀਐ, ਹੋਰ ਸੈ ਹੋਰਤ ਉਪਾਏ, ਹਰ ਧਨ ਕਿਤੇ ਨਾ ਪਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 334। ਸਤ ਸੰਗਤ ਦਾ ਇਹ ਗੁਣ ਹੈ ਕਿ ਇਸ ਦੇ ਪਸਾਰੇ ਦੇ ਵਿੱਚ ਵਿਸ਼ੇ ਵਿਕਾਰ ਆਪਣਾ ਅਸਰ ਗਵਾ ਬੈਠਦੇ ਨੇ, ਅਭਿਮਾਨ ਮਿਟਦਾ ਹੈ ਤੇ ਸਾਰੇ ਆਪਣੇ ਆਪਣੇ ਹੀ ਲੱਗਦੇ ਨੇ। ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 1151 ਅੰਗ ਤੇ ਫਰਮਾਉਂਦੀ ਹੈ, ਕਾਮ ਕ੍ਰੋਧ ਲੋਭ ਮਦ ਨਿੰਦਾ, ਸਾਧ ਸੰਗ ਮਿਟਿਆ ਅਭਿਮਾਨ। ਤੇ ਜਦ ਇਹ ਵਿਕਾਰ ਠੰਡੇ ਪੈ ਗਏ, ਹੰਕਾਰ ਨਿਆਸਰ ਹੋ ਗਿਆ, ਤਾਂ ਸਮਝ ਲਵੋ ਕਿ ਪਰਮ ਨਿਧਾਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਮਿਲ ਸੰਗਤ ਤਜ ਅਭਿਮਾਨ, ਕਹੋ ਨਾਨਕ ਪਾਏ ਹੈ ਪਰਮ ਨਿਧਾਨ। ਭਾਵ ਕਿ ਪਰਮਾਤਮਾ ਦਾ ਖਜ਼ਾਨਾ ਮਿਲ ਗਿਆ। ਸਤ ਸੰਗਤ ਕਰਨ ਦੇ ਬੇਸ਼ੁਮਾਰ ਗੁਣ ਨੇ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਦੇ ਵਿੱਚ ਬਾਰ-ਬਾਰ ਤੇ ਵੱਖਰੇ ਵੱਖਰੇ ਅੰਦਾਜ਼ ਦੇ ਨਾਲ ਹੋਇਆ ਮਿਲਦਾ ਹੈ। ਇਹ ਫਰਮਾਨ ਵੀ ਉਪਲਬਧ ਹਨ ਕਿ ਸੰਗਤ ਦੀ ਧੂੜੀ ਮਸਤਕ ਤੇ ਲਗਾਉਣ ਦੇ ਨਾਲ ਸਾਰੇ ਪਵਿੱਤਰ ਤੀਰਥਾਂ ਦੇ ਦਰਸ਼ਨ ਹੋ ਜਾਂਦੇ ਨੇ। ਸਤ ਸੰਗਤ ਕੀ ਰੇਣ ਮੁਖ ਲਾਗੀ, ਕੀਏ ਸਗਲ ਤੀਰਥ ਮਜਨੀਠਾ।
ਮਜਨੀਠਾ ਤੋਂ ਭਾਵ ਹੈ ਇਸ਼ਨਾਨ, ਰੇਣ ਤੋਂ ਮਤਲਬ ਚਰਨ ਧੂੜ। ਜੇ ਇਹ ਪਵਿੱਤਰ ਚਰਨ ਧੂੜ ਉੱਡ ਕੇ ਨੇਤਰਾਂ ਵਿੱਚ ਪੈ ਜਾਵੇ ਤਾਂ ਸਾਰੀ ਦੁਰਮਤ, ਸਾਰੀ ਮੰਦ ਭਾਵਨਾ, ਗਲਤ ਸੋਚ ਨੂੰ ਖਤਮ ਕਰ ਦਿੰਦੀ ਹੈ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅੰਗ 1263। ਆਮ ਕਹਾਵਤ ਹੈ ਕਿ ਗੁਰੂ 20 ਵਿਸਵੇ ਹੈ ਤੇ ਸਤ ਸੰਗਤ 21 ਵਿਸਵੇ ਹੈ, ਕਿਉਂਕਿ ਇਸ ਵਿੱਚ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਉਸਤਤ ਹੀ ਗਾਈ ਜਾਂਦੀ ਹੈ, ਹੋਰ ਕਿਸੇ ਗੱਲ ਵੱਲ ਧਿਆਨ ਨਹੀਂ ਜਾਂਦਾ। ਵਿੱਚ ਸੰਗਤ ਹਰ ਪ੍ਰਭੂ ਵਰਤਦਾ, ਬੁੱਝੋ ਸ਼ਬਦ ਵਿਚਾਰ। ਸੋ ਗੁਰਬਾਣੀ ਅਨੁਸਾਰ ਸਤ ਸੰਗਤ ਮੰਨਣਾ ਬੜਾ ਗੁਣਕਾਰੀ ਹੈ। ਇਸ ਦੇ ਬਹੁ ਪ੍ਰਕਾਰੀ ਲਾਭਾਂ ਦਾ ਵਰਣਨ ਕਰਨਾ ਕਠਨ ਹੈ। ਇਹ ਸੰਗਤ ਵਿਕਾਰ ਕੱਟਦੀ ਹੈ, ਮਨ ਦੀ ਮੈਲ ਲਾਉਂਦੀ ਹੈ, ਹੰਕਾਰ ਦਾ ਨਾਸ਼ ਕਰਦੀ ਹੈ, ਨਿਰਮਲ ਭਾਵਨਾ ਉਜਾਗਰ ਕਰਦੀ ਹੈ ਤੇ ਅਬਿਨਾਸ਼ੀ ਨੂੰ ਨਾਮ ਦੇ ਵਿੱਚ ਪਰਿਪੂਰਨ ਕਰਕੇ ਨਿਹਾਲ ਕਰ ਦਿੰਦੀ ਹੈ। ਸਤ ਸੰਗਤ ਸਿਉ ਮੇਲ ਭਇਆ, ਹਰ ਹਰ ਨਾਮ ਸਮਾਏ ਰਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 771। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਹਜੂਰੀ ਰਾਗੀ ਭਾਈ ਗੁਰਮੇਜ ਸਿੰਘ ਜੀ ਨੇ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਵੱਡ ਭਾਗੀ ਹਰ ਸੰਗਤ ਪਾਵੈ, ਵੱਡ ਭਾਗੀ ਹਰ ਸੰਗਤ ਪਾਵੈ। ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰਿਜੈ ਜੀਓ। ਹਰ ਜਨ ਸੰਤ ਮਿਲੋ ਮੇਰੇ ਭਾਈ, ਹਰ ਜਨ ਸੰਤ ਮਿਲੋ ਮੇਰੇ ਭਾਈ। ਮੇਰਾ
हर प्रभ दसा मैं भुख लगाई मेरा हर प्रभ दसा मैं भुख लगाई मेरी श्रद्धा पूर जग जीवन दाते मिल हर दर्शन मन पीजै जियो बिन भागा सत्संग नाल बै बिन संगत मैल परिजै जियो बिन भागा सत्संग नाल बै बिन संगत मैल परिजै जियो मिल सतसंग बोली हर बाणी मिल सतसंग बोली हर बाणी हर हर कथा मेरे मन पानी हर हर कथा मेरे मन पानी हर हर अमृत हर मन पावे मिल सतगुर अमृत पीजै जियो बिन भागा सतसंग नाल बै बिन संगत मैल परिजै जियो बिन भागा सतसंग नाल बै बिन संगत मैल परिजै जियो वड भागी हर संगत पावे वड भागी हर संगत पावे पागहीन भ्रम चोटा खावे बिन भागा सतसंग नाल बै बिन संगत मैल परिजै जियो बिन भागा सतसंग नाल बै बिन संगत मैल परिजै जियो मैं आए मिलो जग जीवन प्यारे मैं आए मिलो जग जीवन प्यारे हर हर नाम
ਦਇਆ ਮਨ ਤਾਰੇ ਹਰ ਹਰ ਨਾਮ ਦਇਆ ਮਨ ਤਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਪੀਜੈ ਜੀਓ ਬਿਨ ਪਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਬਿਨ ਪਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਵਡ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਬਿਨ ਭਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀ ਬਿਨ ਭਾਗਾ ਸਤ ਸੰਗ ਨਾਲ ਬੈ ਸਤ ਸੰਗ ਨਾਲ ਬੈ ਸਤ ਸੰਗ ਨਾਲ ਬੈ ਬਿਨ ਭਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਬਿਨ ਭਾਗਾ ਸਤ ਸੰਗ ਨਾਲ ਬੈ ਬਿਨ ਸੰਗਤ ਮੈਲ ਭਰੀ ਜੈ ਜੀਓ ਬਿਨ ਸੰਗਤ ਮੈਲ ਭਰੀ ਜੈ ਜੀਓ ਬਿਨ ਸੰਗਤ ਮੈਲ ਭਰੀ ਜੈ ਜੀਓ ਇਹ ਸਨ ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਰਾਗੀ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਸਰਬਜੀਤ ਸਿੰਘ ਦੇ ਨਾਲ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਆਓ ਚੱਲਦੇ ਹਾਂ ਅਗਲਾ ਜਿਹੜਾ ਸੰਦੇਸ਼ ਹੈ ਗੁਰਬਾਣੀ ਦਾ। ਡਾਕਟਰ ਸਰੂਪ ਸਿੰਘ ਜੀ ਅਲੱਗ ਨੇ ਆਪਣੀ ਇਸ ਕਿਤਾਬ ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕੀਤਾ ਹੈ, ਉਹ ਹੈ ਸੰਤੋਖ, ਕੰਟੈਂਟਮੈਂਟ। ਆਪ ਲਿਖਦੇ ਨੇ ਕਿ ਸੰਤੋਖ ਅਜਿਹਾ ਗੁਣ ਹੈ ਜਿਸ ਦੇ ਤਾਬੇ ਸੰਤੋਖੀ ਪੁਰਸ਼ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿੰਦਾ ਹੈ, ਇਮਾਨਦਾਰੀ ਦੇ ਨਾਲ ਕਿਰਤ ਕਮਾਈ ਕਰਦਾ ਹੈ ਤੇ ਜੋ ਕੁਝ ਮਿਲਦਾ ਹੈ ਉਸ ਵਿੱਚ ਧੀਰਜ ਰੱਖਦਾ ਹੈ। ਉਹ ਆਪਣੀ ਰੁੱਖੀ ਸੁੱਖੀ ਦੇ ਵਿੱਚ ਪ੍ਰਸੰਨ ਰਹਿੰਦਾ ਹੈ ਤੇ ਦੂਜਿਆਂ ਦੀਆਂ ਚੋਪੜੀਆਂ ਵੇਖ ਕੇ ਦੁਖੀ ਨਹੀਂ ਹੁੰਦਾ ਤੇ ਨਾ ਹੀ ਪ੍ਰਮਾਤਮਾ ਅੱਗੇ ਕੋਈ ਗਿਲਾ ਸ਼ਿਕਵਾ ਕਰਦਾ ਹੈ। ਆਪ ਜੀ ਇੱਥੇ ਭਗਤ ਫਰੀਦ ਜੀ ਦੀਆਂ ਇਹ ਪੰਕਤੀਆਂ ਸਾਡੇ ਸਨਮੁਖ ਕਰਦੇ ਨੇ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਇਹ ਸੰਤੋਖ ਹੀ ਹੈ ਜਿਹੜਾ ਮਨ ਨੂੰ ਠਹਿਰਾਓ ਬਖਸ਼ਦਾ ਹੈ ਅਤੇ ਆਤਮਿਕ ਸ਼ਾਂਤੀ ਦਾ ਵਾਤਾਵਰਣ ਸਿਰਜਦਾ ਹੈ। ਸੰਤੋਖ ਤੋਂ ਬਿਨਾਂ ਚਾਹੇ ਜਿਤਨਾ ਵੀ ਧਨਵਾਨ ਬਣ ਜਾਏ ਰੱਜ ਨਹੀਂ ਸਕਦਾ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਅਨੇਕ ਭੋਗ ਵਿਖਿਆ ਕੇ ਕਰੈ, ਨੈ ਤ੍ਰਪਤਾਵੈ ਖਪ ਖਪ ਮਰੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੰਤੋਖ ਤੋਂ ਬਿਨਾਂ ਇੱਕ ਅਰਬਪਤੀ ਵੀ ਕੰਗਾਲ ਹੈ।
ਇਹ ਸੰਤੋਖ ਦਾ ਗੁਣ ਪਰਮਾਤਮਾ ਦੇ ਸਿਮਰਨ ਦੇ ਨਾਲ ਪ੍ਰਫੁੱਲਤ ਹੁੰਦਾ ਹੈ। ਜਿਸ ਨੂੰ ਨਾਮ ਦਾ ਰਤਨ ਪ੍ਰਾਪਤ ਹੋ ਗਿਆ, ਉਹ ਮਹਾ ਸੰਤੋਖੀ ਹੋ ਗਿਆ। ਫਿਰ ਉਸ ਦੀਆਂ ਸਾਰੀਆਂ ਮੰਗਾਂ ਮੁੱਕ ਗਈਆਂ। ਹੁਣ ਮੰਗਤਾ ਨਾ ਰਹਿ ਕੇ ਉਹ ਦਾਨੀ ਬਣ ਗਿਆ। ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ। ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਮੰਗਨ ਕਾਹੇ ਜਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 891। ਸੰਤੋਖ ਦੇ ਇਸ ਬਹੁਮੁੱਲੇ ਖਜ਼ਾਨੇ ਅੱਗੇ ਬਾਕੀ ਸਾਰੇ ਧਨ ਹੇਜ ਹਨ, ਬੇਮੈਨੇ ਹਨ, ਅਰਥਹੀਣ ਹਨ, ਕਿਉਂਕਿ ਸੰਤੋਖੀ ਪੁਰਸ਼ ਸੰਤੁਸ਼ਟਤਾ ਦੇ ਨਾਲ ਮਾਲਾ ਮਾਲ ਹੁੰਦਾ ਹੈ, ਜਿਸ ਕਰਕੇ ਉਹ ਆਪਣੇ ਮਾਲਕ ਸੁਆਮੀ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਜੀ ਦੀ ਬਾਣੀ ਅੰਗ 764 ਤੇ ਫਰਮਾਉਂਦੀ ਹੈ, ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਅਨਿਕ ਵਿਛੜ ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਭਾਏ। ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਤੇ ਅਗਲਾ ਜਿਹੜਾ ਸਾਨੂੰ ਸੰਦੇਸ਼ ਗੁਰਬਾਣੀ ਦਿੰਦੀ ਹੈ, ਉਹ ਆਪ ਜੀ ਨੇ ਅੰਕਿਤ ਕੀਤਾ ਹੈ, ਸਮਾਜਿਕ ਇਕਸਾਰਤਾ, ਸੋਸ਼ਲ ਹਾਰਮੋਨੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੂਰਨਿਆਂ ਤੇ ਚੱਲਣ ਵਾਲਾ ਮਨੁੱਖ ਸਭ ਦੇ ਨਾਲ ਪਿਆਰ ਕਰਨ ਵਾਲਾ ਹੋਣਾ ਲਾਜ਼ਮੀ ਹੈ। ਉਹ ਸਭ ਨੂੰ ਆਪਣਾ ਮੀਤ ਸਮਝਦਾ ਹੈ ਤੇ ਸਭ ਲਈ ਕਲਿਆਣਕਾਰੀ ਭਾਵਨਾ ਰੱਖਦਾ ਹੈ। ਉਸ ਦੀ ਇਹੋ ਸੋਚ ਹੁੰਦੀ ਹੈ ਕਿ ਮਾਨਵਤਾ ਵਿੱਚ ਪਿਆਰ ਵਧੇ, ਸਭ ਇੱਕ ਸਮਾਨ ਵਿਚਰਦੇ ਹੋਏ ਸੁਖ ਸ਼ਾਂਤੀ ਵਾਲਾ ਜੀਵਨ ਬਤੀਤ ਕਰਨ। ਜਿਸ ਉਪਾਸ਼ਨਾ ਜਾਂ ਤਰੀਕੇ ਦੇ ਨਾਲ ਉਸ ਦੀ ਪ੍ਰਮਾਤਮਾ ਨਾਲ ਤੱਕ ਰਸਾਈ ਹੋ ਸਕਦੀ ਹੈ, ਉਹ ਹੀ ਪ੍ਰਵਾਨ ਹੈ। ਉਸ ਦੀ ਅਕਾਲ ਪੁਰਖ ਅੱਗੇ ਅਰਜ਼ੋਈ ਹੈ ਕਿ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਭਰੈ ਤਿਤੈ ਲਿਹੋ ਉਬਾਰ। ਪੁਰਸ਼ ਪ੍ਰਧਾਨ ਸਮਾਜ ਦੇ ਵਿੱਚ ਔਰਤ ਦੇ ਹੱਕ ਬੜੇ ਸੀਮਿਤ ਦੇਖ ਕੇ ਗੁਰੂ ਸਾਹਿਬਾਨ ਨੇ ਇਸ ਨੂੰ ਘਰ ਦੇ ਵਿੱਚ, ਸਮਾਜ ਦੇ ਵਿੱਚ, ਭਾਈਚਾਰੇ ਵਿੱਚ, ਧਰਮ ਕਰਮ ਦੇ ਵਿੱਚ ਘੱਟੋ ਘੱਟ ਬਰਾਬਰੀ ਦਾ ਹੱਕ ਦੇਣ ਦੀ ਆਵਾਜ਼ ਬੁਲੰਦ ਕੀਤੀ। ਇਸ ਦਾ ਮਾਣ ਵਧਾਇਆ। ਇਸ ਵਿਰੁੱਧ ਪ੍ਰਚਲਿਤ ਸੀਨਾ ਜੋਰ ਰਿਵਾਜਾਂ ਦਾ ਖੰਡਨ ਹੀ ਨਹੀਂ ਕੀਤਾ, ਸਗੋਂ ਉਹਨਾਂ ਨੂੰ ਖਤਮ ਕਰਨ ਲਈ ਅਮਲੀ ਤੌਰ ਤੇ ਭਰਪੂਰ ਯਤਨ ਜੁਟਾਏ। ਸਤੀ ਅਤੇ ਪਰਦੇ ਦੇ ਵਿੱਚ ਰਹਿਣ ਦੀ ਪ੍ਰਥਾ ਵਿਰੁੱਧ ਢੁਕਵੇਂ ਉਪਦੇਸ਼ ਦਿੱਤੇ। ਔਰਤ ਦੇ ਵਿਧਵਾ ਹੋ ਜਾਣ ਤੇ ਪੁਨਰ ਵਿਆਹ ਦੀ ਰਸਮ ਤੋੜ ਕੇ ਇਸ ਨੂੰ ਮਨੁੱਖ ਦੇ ਬਰਾਬਰ ਲਿਆ ਖੜਾ ਕੀਤਾ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਫਰਮਾਇਆ, ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹਿ ਚੋਟ ਮਰਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹਰ ਪ੍ਰਕਾਰ ਦੀ ਇਕਸਰਤਾ ਕਈ ਪੰਕਤੀਆਂ ਤੋਂ ਬੇਨਜ਼ੀਰ ਰੂਪ ਵਿੱਚ ਪ੍ਰਗਟ ਹੁੰਦੀ ਹੈ। ਸੰਖੇਪ ਮਿਸਾਲਾਂ ਅੰਕਿਤ ਕੀਤੀਆਂ ਨੇ। ਨਾ ਕੋ ਦੁਸ਼ਮਨ ਦੋਖੀਆ, ਨਾ ਹੀ ਕੋ ਮੰਦਾ। ਇਸੇ ਤਰ੍ਹਾਂ ਨਾ ਕੋ ਬੈਰੀ ਨਹੀਂ ਬੇਗਾਨਾ, ਹਮ ਸੰਗ ਸਗਲ ਸੰਗ ਹਮ ਕੋ ਬਨੇ ਆਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1299। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰਾਈ। ਅੰਗ 671। ਜੇ ਕਿਸੇ ਦਾ ਕੋਈ ਦੁਸ਼ਮਣ ਹੀ ਨਹੀਂ ਤਾਂ ਸਾਰਾ ਸੰਸਾਰ ਉਸ ਲਈ ਇੱਕ ਸਮਾਨ ਹੈ, ਸਵਰਗ ਹੈ, ਬੇਗਮਪੁਰਾ ਹੈ, ਜਿਸ ਵਿੱਚ ਸਾਰੇ ਇੱਕੋ ਜਿਹੇ ਨੇ। ਅੱਗੇ ਲੇਖਕ ਨੇ 345 ਅੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਸ ਸ਼ਬਦ ਦੇ ਕੁਝ ਅੰਸ਼ ਸਾਡੇ ਨਾਲ ਸਾਂਝੇ ਕੀਤੇ ਨੇ, ਕੁਝ ਸਤਰਾਂ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਹਿ ਖੂਬ ਵਤਨ ਗਹਿ ਪਾਈ, ਊਹਾ ਖੈਰ ਸਦਾ ਮੇਰੇ ਭਾਈ ਰਹਾਓ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਹੀ। ਗੁਰਬਾਣੀ ਵਿੱਚ ਪਰਿਭਾਸ਼ਿਤ ਵਾਹਿਗੁਰੂ ਬੜਾ ਮਿਹਰਬਾਨ ਹੈ ਤੇ ਉਹ ਸਾਰਿਆਂ ਨੂੰ ਇੱਕ ਸਮਾਨ ਆਪਣੀ ਦਇਆ ਦਾ ਪਾਤਰ ਬਣਾਈ ਰੱਖਦਾ ਹੈ। ਗੁਰਬਾਣੀ ਫਰਮਾਉਂਦੀ ਹੈ 724 ਅੰਗ ਤੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ,
सगल जी को दे दान रहाओ। तू काहे डोले प्राणिया, तुद राखेगा सिरजनहार। जिन पदायस तू किया, सोई दे आधार। ਜੇਕਰ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦੱਸੇ ਉਪਦੇਸ਼ ਅਨੁਸਾਰ ਆਪਣਾ ਜੀਵਨ ਢਾਲ ਲਵੇ ਤਾਂ ਸਮਾਜਿਕ, ਧਾਰਮਿਕ ਤੇ ਸਦਾਚਾਰਕ ਇਕਸਾਰਤਾ ਦਾ ਬੋਲਬਾਲਾ ਹੋ ਸਕਦਾ ਹੈ ਤੇ ਇਹ ਜਾਤ-ਪਾਤ ਦੇ ਬੈਰੀਅਰ ਜੋ ਇੱਕ ਮਨੁੱਖ ਨੇ ਦੂਜੇ ਦੇ ਸ਼ੋਸ਼ਣ ਲਈ ਬਣਾਏ ਨੇ ਟੁੱਟ ਕੇ ਖੇਰੂ ਹੋ ਸਕਦੇ ਨੇ। ਗੁਰਬਾਣੀ 747 ਅੰਗ ਤੇ ਇਸ ਤਰ੍ਹਾਂ ਉਪਦੇਸ਼ ਕਰਦੀ ਹੈ, ਖੱਤਰੀ ਬ੍ਰਾਹਮਣ सूद बैस उपदेश चौं वर्णा को सांझा। गुरमुख नाम जपै उधरै सो कलम है, घट घट नानक माझा। जात पात ते तेर मेर ਦੇ ਭਰਮ ਭਾਵ ਟੁੱਟਣ ਦੇ ਨਾਲ ਆਪਸੀ ਪਿਆਰ ਤੇ ਪ੍ਰਮਾਤਮਾ ਦੇ ਨਾਲ ਪਿਆਰ ਦੀ ਗੰਢ ਪੈਂਦੀ ਹੈ ਤੇ ਜਿਸ ਦਾ ਰੱਬ ਦੇ ਨਾਲ ਪਿਆਰ ਪੈ ਗਿਆ ਉਸ ਵਿੱਚ ਹਰ ਪ੍ਰਕਾਰ ਦੀ ਦੂਈ ਭਾਵਨਾ ਮੁੱਕ ਜਾਂਦੀ ਹੈ ਤੇ ਉਸ ਨੂੰ ਸਾਰੇ ਇੱਕ ਸਮਾਨ ਜਾਪਦੇ ਨੇ ਤੇ ਚੰਗੇ ਲੱਗਦੇ ਨੇ। ਗੁਰਬਾਣੀ ਉਪਦੇਸ਼ ਕਰਦੀ ਹੈ, ਜੋ ਰੱਤੇ ਸਹਿ ਆਪਣੇ ਤਿਨ ਭਾਵੈ ਸਭ ਕੋਏ। ਸਹਿ ਤੋਂ ਭਾਵ ਹੈ ਮਾਲਕ ਪਰਮਾਤਮਾ। ਸੋ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜੇ ਨੇ ਉਹਨਾਂ ਨੂੰ ਸਾਰੇ ਆਪਣੇ ਲੱਗਦੇ ਨੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ।
ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਪ੍ਰੋਗਰਾਮ ਦਾ ਸਮਾਂ ਬਹੁਤ ਹੀ ਨੇੜੇ ਪਹੁੰਚ ਚੁੱਕਿਆ ਹੈ, ਤੇ ਆਓ ਇੱਕ ਹੋਰ ਜਿਹੜਾ ਗੁਣ ਜਾਂ ਸਾਨੂੰ ਜਿਹੜੀ ਸੰਦੇਸ਼ ਹੈ ਮਿਲਦਾ ਹੈ ਪਰਮਾਤਮਾ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ, ਉਹਦੇ ਬਾਰੇ ਡਾਕਟਰ ਸਾਹਿਬ ਨੇ ਇੱਥੇ ਸਾਨੂੰ ਸਾਂਝ ਪਾਈ ਹੈ। ਸਰਵ ਵਿਆਪਕ ਪਰਮਾਤਮਾ ਭਾਵ ਕਿ ਓਮਨੀ ਪ੍ਰੈਜੈਂਟ ਗੋਡ। ਆਪ ਲਿਖਦੇ ਨੇ ਕਿ ਜੋ ਕੁਝ ਵੀ ਸਾਨੂੰ ਦਿਸਦਾ ਹੈ ਇਸ ਦਾ ਸਿਰਜਣਹਾਰ ਪਰਮਾਤਮਾ ਹੈ। ਜੋ ਸਾਨੂੰ ਨਹੀਂ ਵੀ ਦਿਸ ਰਿਹਾ ਉਸ ਦਾ ਵੀ ਸਿਰਜਣਹਾਰ ਤੇ ਮਾਲਕੀ ਪਰਮਾਤਮਾ ਦੀ ਹੀ ਮੰਨੀ ਜਾਂਦੀ ਹੈ। ਉਹ ਆਪਣੀ ਸਾਰੀ ਰਚਨਾ ਦੀ ਆਪ ਦੇਖਭਾਲ ਕਰਦਾ ਹੈ, ਇਸ ਲਈ ਉਹ ਸਰਵ ਵਿਆਪੀ ਹੈ। ਕਣ ਕਣ ਵਿੱਚ ਉਸ ਦਾ ਵਾਸਾ ਹੈ। ਜੋ ਕੁਝ ਵੀ ਹੋ ਰਿਹਾ ਹੈ ਉਸ ਦੇ ਹੁਕਮ ਦੇ ਨਾਲ ਹੀ ਹੋ ਰਿਹਾ ਹੈ। ਕੋਈ ਵੀ ਚੀਜ਼, ਵਸਤੂ, ਸੋਚ, ਕਲਪਨਾ ਉਸ ਦੀ ਹਸਤੀ ਤੋਂ ਬਾਹਰ ਨਹੀਂ। ਉਹ ਇਤਨਾ ਮਹਾਨ ਤੇ ਸਰਵ ਵਿਆਪੀ ਹੈ ਕਿ ਉਸ ਬਾਰੇ ਮਨੁੱਖੀ ਮਨ ਕਲਪਨਾ ਵੀ ਨਹੀਂ ਕਰ ਸਕਦਾ। ਗੁਰੂ ਰਾਮਦਾਸ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਆਪਣੇ ਇੱਕ ਸ਼ਲੋਕ ਦੀਆਂ ਇਹਨਾਂ ਦੋ ਪੰਕਤੀਆਂ ਦੇ ਵਿੱਚ ਫਰਮਾਉਂਦੇ ਨੇ, ਜਿਉਂ ਪਸਰੀ ਸੂਰਜ ਕਿਰਨ ਜੋਤ, ਤਿਉਂ ਘਟ ਘਟ ਰਮਈਆ ਓਤ ਪੋਤ। ਭਗਤ ਨਾਮਦੇਵ ਜੀ ਦਾ ਇਸ ਪ੍ਰਥਾਏ ਫਰਮਾਨ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ ਰਹਾਉ। ਅੰਗ 485। ਸਰਵ ਵਿਆਪੀ ਪਰਮਾਤਮਾ ਅਨੇਕ ਪ੍ਰਕਾਰਾਂ ਦੇ ਨਾਲ ਹਰ ਥਾਂ ਪਸਰ ਰਿਹਾ ਹੈ, ਰਮਿਆ ਹੋਇਆ ਹੈ। 296 ਅੰਗ ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜੋ ਕੁਝ ਵੀ ਸੰਸਾਰ ਵਿੱਚ ਹੋ ਰਿਹਾ ਹੈ ਉਸ ਦੇ ਹੁਕਮ ਅਤੇ ਆਗਿਆ ਦੇ ਵਿੱਚ ਹੀ ਹੋ ਰਿਹਾ ਹੈ। ਕਿਸੇ ਨੂੰ ਇਹ ਭੁਲੇਖਾ ਭਰਮ ਨਹੀਂ ਹੋਣਾ ਚਾਹੀਦਾ ਕਿ ਉਸ ਦੀ ਹਸਤੀ ਤੋਂ ਬਗੈਰ ਕੋਈ ਹੋਰ ਵੀ ਇਸ ਸੰਸਾਰ ਦੇ ਕਾਰ ਵਿਹਾਰ ਨੂੰ ਚਲਾ ਰਿਹਾ ਹੈ। ਉਸ ਤੋਂ ਬਗੈਰ ਕੋਈ ਦੂਸਰਾ ਤਾਂ ਇੱਕ ਪੱਤਾ ਵੀ ਹਿਲਾਉਣ ਦੀ ਸਮਰੱਥਾ ਨਹੀਂ ਰੱਖਦਾ, ਮਜਾਲ ਨਹੀਂ ਰੱਖਦਾ, ਹਸਤੀ ਨਹੀਂ ਰੱਖਦਾ, ਵਡਿਆਈ ਨਹੀਂ ਰੱਖਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸੰਬੰਧੀ ਬੜੇ ਸਪਸ਼ਟ ਰੂਪ ਦੇ ਵਿੱਚ ਬਿਆਨ ਕਰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੇ, ਜਲ ਥਲ ਮਹੀਲ ਸੋਏ। ਅੰਗ 276। ਇਸ ਲਈ ਸਾਨੂੰ ਇਸ ਅਗੰਮ ਅਗੋਚਰ ਪਰਮਾਤਮਾ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ ਤੇ ਇਸ ਦੀ ਅਜੀਮ ਉਲਸ਼ਾਨ ਹਸਤੀ ਨੂੰ ਨਤਮਸਤਕ ਹੋ ਕੇ ਉਸ ਦੀ ਸ਼ਰਨ ਪੈਣਾ ਹੀ ਸ਼ੋਭਦਾ ਹੈ। ਇਸ ਬਾਰੇ ਕਿਸੇ ਵੀ ਕਿੰਤੂ ਪਰੰਤੂ ਦੀ ਕਿਸੇ ਪ੍ਰਕਾਰ ਦੀ ਕੋਈ ਗੁੰਜਾਇਸ਼ ਨਹੀਂ। ਸਰਵ ਵਿਆਪੀ ਪਰਮਾਤਮਾ ਦੀਆਂ ਅਨੰਤ ਸਿਫਤਾਂ ਦੇ ਵਿੱਚ ਇੱਕ ਸਿਫਤ ਇਹ ਹੈ ਕਿ ਉਹ ਘਟ ਘਟ ਦਾ ਅੰਤਰਜਾਮੀ ਹੈ ਤੇ ਬਿਨਾਂ ਬੋਲਿਆਂ ਸਭ ਕੁਝ ਜਾਣਦਾ ਹੈ। ਤੇ ਗੁਰਬਾਣੀ ਫਰਮਾਉਂਦੀ ਹੈ, ਸੁਣ ਸੁਆਮੀ ਅਰਦਾਸ ਜਨ ਤੁਮ ਅੰਤਰਜਾਮੀ, ਥਾਨ ਤਨੰਤਰ ਰਬ ਰਹੇ ਨਾਨਕ ਕੇ ਸੁਆਮੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਰਮਾਤਮਾ ਦੀ ਅਜੀਮ ਸ਼ਖਸੀਅਤ ਬਾਰੇ ਸ਼ੁਭ ਬਚਨ ਇਸ ਤਰ੍ਹਾਂ ਨੇ, ਅੰਡਜ ਜੇਰਜ ਉਤਪਜ ਸੇਤਜ, ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਵੇਖਿਆ, ਤੂੰ ਸਭਨਾ ਮਹਿ ਰਵੰਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 596। ਇਸ ਲਈ ਅਜਿਹੇ ਲਾ ਮਿਸਾਲ ਦਿਆਲੂ ਤੇ ਕਿਰਪਾਲੂ ਪਰਮਾਤਮਾ ਦੀ ਹਸਤੀ ਦੇ ਨਾਲ ਜੁੜਨਾ ਹੀ ਸਾਡੇ ਜੀਵਨ ਦਾ ਲਕਸ਼ ਹੋਣਾ ਚਾਹੀਦਾ ਹੈ, ਵਰਨਾ ਇਹ ਮਨੁੱਖਾ ਜਨਮ ਵਿਅਰਥ ਜਾਏਗਾ। ਜਗ ਮਹਿ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸੁਆਮੀ ਜਾਣ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 198 ਤੇ। ਸੋ ਇਹ ਤਾਂ ਸਨ ਕੁਝ ਵਿਚਾਰਾਂ ਜਿਹੜੀਆਂ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ। ਸੰਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਇਹ ਪੁਸਤਕ ਹੈ, ਲਿਖੀ ਹੈ ਡਾਕਟਰ ਸਰੂਪ ਸਿੰਘ ਜੀ ਅਲੱਗ ਨੇ, ਤੇ ਆਸ ਕਰਦੇ ਹਾਂ ਕਿ ਇਹ ਜਿਹੜੇ ਵਿਚਾਰ ਨੇ ਸਾਡੇ ਹਿਰਦੇ ਦੇ ਵਿੱਚ ਵਸਣ ਤੇ ਸਾਨੂੰ ਸੇਧ ਦੇਣ। ਤੇ ਇੱਥੇ ਹੀ ਜਿਹੜਾ ਹੈ ਅਸੀਂ ਆਪ ਤੋਂ ਵਿਦਾਇਗੀ ਲੈ ਲੈਣੀ ਹੈ। ਤੇ ਅਗਲਾ ਜਿਹੜਾ ਸ਼ਬਦ ਹੈ ਉਹ ਮਿਥਲੀ ਠਾਕੁਰ, ਇਹ ਬਹੁਤ ਯੰਗ ਬੱਚੀ ਹੈ ਜਿਸਨੇ ਗਾਇਨ ਕੀਤਾ ਹੈ, ਬਿਹਾਰ ਤੋਂ ਹੈ। ਤੇ ਕਬ ਗੱਲ ਲਾਵੇਂਗੇ
ਤੇ ਬਹੁਤੇ ਸ਼ਬਦ ਇਸ ਨੇ ਗਾਇਨ ਕੀਤੇ ਨੇ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੇ ਤੋਂ ਪ੍ਰੇਰਨਾ ਲੈ ਕੇ, ਤੇ ਅਸੀਂ ਵੀ ਆਪ ਜੀ ਨੂੰ ਇਹ ਸ਼ਬਦ ਸੁਣਾਉਣ ਜਾ ਰਹੇ ਹਾਂ। ਤੇ ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਆਸ ਹੈ ਕਿ ਤੁਸੀਂ ਸਾਨੂੰ ਮਾਫ ਕਰ ਦੇਵੋਗੇ ਤੇ ਸਾਡੇ ਲਈ ਅਰਦਾਸ ਵੀ ਕਰੋਗੇ ਪਰਮਾਤਮਾ ਅੱਗੇ ਕਿ ਅਸੀਂ ਅੱਛੇ ਤਰੀਕੇ ਦੇ ਨਾਲ ਆਪ ਜੀ ਦੀ ਸੇਵਾ ਕਰ ਸਕੀਏ। ਤੇ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਇੱਥੇ ਹੀ ਜਿਹੜਾ ਸਮਾਪਤ ਕਰਦੇ ਹਾਂ, ਤੇ ਪ੍ਰੋਗਰਾਮ ਦੀ ਜਿਹੜੀ ਰਿਕਾਰਡਿੰਗ ਹੈ ਲੇਟਰ ਔਨ YouTube ਦੇ ਉੱਤੇ ਵੀ ਪਾ ਦਿੱਤੀ ਜਾਵੇਗੀ, ਜਿਹੜਾ ਕਿ ਗੂਗਲ ਦੇ ਵਿੱਚ ਸਿੱਖ ਵਿਰਸਾ ਪ੍ਰੋਗਰਾਮ ਦੇ ਸਰਚ ਕਰਕੇ ਤੁਸੀਂ ਲੱਭ ਸਕਦੇ ਹੋ, ਜਾਂ KRFM at 9 on Sunday ਇਸ ਤਰ੍ਹਾਂ ਵੀ ਜਿਹੜੀ ਸਰਚ ਕਰਕੇ ਪ੍ਰੋਗਰਾਮ ਨੂੰ ਜਿਹੜਾ ਸੁਣਿਆ ਜਾ ਸਕਦਾ ਹੈ। ਤੇ ਆਓ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ ਇਸ ਸ਼ਬਦ ਦੇ ਨਾਲ, ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। कब गल लावेंगे, कब गल लावेंगे, कब गल लावेंगे, कब गल लावेंगे। हाँ तुमरी करो नित आस, प्रभु मोहे कब गल लावेंगे। हाँ तुमरी करो नित आस, प्रभु मोहे कब गल लावेंगे, कब गल लावेंगे, कब गल लावेंगे, कब गल लावेंगे, कब गल लावेंगे। हम बारिक मुग्ध यान, पिता समझावेंगे,
कब गल लावेंगे, कब गल लावेंगे, कब गल लावेंगे, कब गल लावेंगे। जो हर पावे भगत तिना हर पावेंगे, ज्योति ज्योत मिलाए ज्योत रल जावेंगे, ज्योति ज्योत मिलाए ज्योत रल जावेंगे। हो तुमरी करो नित आस प्रभु मोहे कब गल लावेंगे। हो तुमरी करो नित आस प्रभु मोहे कब गल लावेंगे, कब गल लावेंगे, कब गल लावेंगे, कब गल लावेंगे, कब गल लावेंगे। हर आप में होए कृपाल, आप लिवलावेंगे। जन नानक शरण दुआर, हर लाज रखावेंगे। जन नानक शरण दुआर, हर लाज रखावेंगे। हो तुमरी करो नित आस प्रभु मोहे कब गल लावेंगे। हो तुमरी करो नित आस प्रभु मोहे कब गल लावेंगे, 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 कब गल लावेंगे। वाहिगुरु वाहिगुरु जी का खालसा, वाहिगुरु जी की फतेह।